ਓਕੇ। ਸਤਿ ਸ੍ਰੀ ਅਕਾਲ। ਪੰਜਾਬ 10 ਨਿਊਜ਼ ਟੀਵੀ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਪ੍ਰਗਟ ਸਿੰਘ ਰਾਜੇਆਣਾ। ਕਲਮਾਂ ਦਾ ਕਾਫਲਾ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਅਤੇ ਅੱਜ ਕਲਮਾਂ ਦੇ ਕਾਫਲੇ ਵਿੱਚ ਮੈਂ ਪ੍ਰਸਿੱਧ ਹਿਸਟੋਰੀਅਨ ਨਿਰੰਜਨ ਸਿੰਘ ਆਰਪੀ ਜੀ ਨੂੰ ਆਪ ਜੀ ਦੇ ਸਨਮੁਖ ਕਰ ਰਿਹਾ ਹਾਂ। ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ। ਜੋ ਸਾਹਿਤ ਰਚਿਆ ਜਾਂਦਾ ਹੈ ਸਮਾਜ ਵਿੱਚੋਂ ਹੀ ਲਿਆ ਜਾਂਦਾ ਹੈ ਤੇ ਕਈ ਇਤਿਹਾਸਕਾਰ ਜਿਹੜੇ ਸਾਡੇ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਜਿਹੀ ਜਾਣਕਾਰੀ ਦੇ ਕੇ ਜਾਂਦੇ ਨੇ ਜੋ ਕਈ ਸਾਲ ਪਹਿਲਾਂ ਵਾਪਰੀਆਂ ਹੁੰਦੀਆਂ ਨੇ। ਸਾਡਾ ਇਤਿਹਾਸ ਹੁੰਦਾ ਹੈ। ਸੋ ਅਜਿਹੀ ਇੱਕ ਸ਼ਖਸੀਅਤ ਨੂੰ ਤੁਹਾਡੇ ਸਨਮੁਖ ਕਰਨ ਜਾ ਰਹੇ ਹਾਂ। ਅੱਜ ਅਸੀਂ ਫਰੀਦਕੋਟ ਵਿਖੇ ਪਹੁੰਚੇ ਹਾਂ, ਜਿੱਥੇ ਸਰਦਾਰ ਨਿਰੰਜਨ ਸਿੰਘ ਜੀ ਆਰਪੀ ਸਾਹਿਬ ਜਿਹੜੇ ਸਾਬਕਾ DRO ਨੇ ਤੇ ਪੰਜਾਬੀ ਸਾਹਿਤ ਨਾਲ ਉਹ ਬਹੁਤ ਲੰਮੇ ਸਮੇਂ ਤੋਂ ਜੁੜੇ ਰਹੇ ਨੇ। ਕਿਰਤੀ ਪਰਿਵਾਰ ਚੋਂ ਉੱਠ ਕੇ ਬਹੁਤ ਵੱਡੇ ਉੱਚੇ ਮਰਤਬੇ ਹਾਸਲ ਕੀਤੇ ਨੇ ਉਹਨਾਂ ਨੇ। ਅੱਜ ਅਸੀਂ ਪੰਜਾਬੀ ਸਾਹਿਤਕਾਰ ਦੇ ਤੌਰ ਤੇ ਉਹਨਾਂ ਨੂੰ ਤੁਹਾਡੇ ਸਨਮੁਖ ਕਰ ਰਹੇ ਹਾਂ, ਜਿਨ੍ਹਾਂ ਦਾ ਬਹੁਤ ਸਾਰੀਆਂ ਕਿਤਾਬਾਂ ਆ ਚੁੱਕੀਆਂ ਨੇ ਉਹਨਾਂ ਦੀ ਇੱਕ ਕਿਤਾਬ ਹੈ ਜਿਹੜੀ ਰੰਗਰੇਟਿਆਂ ਦਾ ਇਤਿਹਾਸ, ਜਿਹੜੀ ਵਰਲਡ ਫੇਮਸ ਹੋਈ ਹੈ। ਕਿਤਾਬਾਂ ਤਾਂ ਉਹਨਾਂ ਦੀਆਂ ਹੋਰ ਵੀ ਕਾਫੀ ਆਈਆਂ ਨੇ ਤੇ ਆਪਾਂ ਸਾਰੀ ਗੱਲਬਾਤ ਦਾ ਜਿਹੜਾ ਸਿਲਸਿਲਾ ਹੈ ਉਹ ਸਰਦਾਰ ਨਿਰੰਜਨ ਸਿੰਘ ਆਰਪੀ ਜੀ ਦੇ ਜ਼ਬਾਨੀ ਸੁਣਦੇ ਆਂ ਵੀ ਉਹ ਕੀ ਕਹਿਣਾ ਚਾਹੁੰਦੇ ਨੇ ਸਾਹਿਤ ਬਾਰੇ, ਸਮਾਜ ਬਾਰੇ। ਸਾਰੀਆਂ ਗੱਲਾਂ ਆਪਾਂ ਪੰਜਾਬੀ ਸਾਹਿਤ ਬਾਰੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ। ਆਰਪੀ ਸਾਹਿਬ, ਸਵਾਗਤ ਕਰਦੇ ਹਾਂ ਜੀ ਕਲਮਾਂ ਦੇ ਕਾਫਲੇ ਪ੍ਰੋਗਰਾਮ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੈਨਲ ਨੂੰ ਪੰਜਾਬ 10 ਨੂੰ ਬਹੁਤ ਬਹੁਤ ਉਹਨਾਂ ਨੂੰ ਵਧਾਈਆਂ ਕਿ ਇਹ ਚੈਨਲ ਬਹੁਤ ਸੇਵਾ ਕਰ ਰਿਹਾ ਸਾਹਿਤ ਦੇ ਇਤਿਹਾਸ ਦੀ। ਮੇਰੇ ਸਾਹਮਣੇ ਗੱਲਬਾਤ ਕਰਨ ਵਾਸਤੇ ਆਏ ਨੇ। ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਮੈਨੂੰ ਤੁਹਾਡੇ ਜੀ ਆਰਪੀ ਸਾਹਿਬ, ਸਭ ਤੋਂ ਪਹਿਲਾਂ ਅਸੀਂ ਤੁਹਾਡਾ ਪਿਛੋਕੜ ਜਾਣਨਾ ਚਾਹਾਂਗੇ ਸਾਡੇ ਦਰਸ਼ਕਾਂ ਨੂੰ। ਕਲਮਾਂ ਦੇ ਕਾਫਲਾ ਜਿੰਨੇ ਵੀ ਸਾਡੇ ਦਰਸ਼ਕ ਤੁਹਾਨੂੰ ਦੇਖ ਰਹੇ ਆ, ਅਸੀਂ ਸਭ ਤੋਂ ਪਹਿਲਾਂ ਆਪਦੇ ਪਿਛੋਕੜ ਬਾਰੇ ਸਾਡੇ ਦਰਸ਼ਕਾਂ ਨਾਲ ਸਾਂਝ ਪਾਓ। ਬੇਸਿਕਲੀ ਅਸੀਂ ਪਾਕਿਸਤਾਨ ਤੋਂ ਸਾਡਾ ਪਰਿਵਾਰ ਆਇਆ ਤੇ ਜੇ ਤੁਸੀਂ ਮੈਨੂੰ ਕਹੋ ਉਹ ਤੁਹਾਡਾ ਪਿੰਡ ਕਿਹੜਾ ਸੀ, ਤਹਿਸੀਲ ਕਿਹੜੀ ਸੀ, ਸ਼ਾਇਦ ਉਹ ਮੈਂ ਨਾ ਦੱਸ ਸਕਾਂ, ਲੇਕਿਨ ਇਹ ਜ਼ਰੂਰ ਹੈ ਕਿ ਘਰ ਦੇ ਵੱਡੇ ਜਿਹੜੇ ਉਹ ਪਿੰਡ ਅਕਰਾ ਦਾ ਨਾਮ ਲੈਂਦੇ ਸੀ, ਜਿਹੜਾ ਕਿ ਸਟੇਸ਼ਨ ਲਾਲੂਕੋਟ ਦੇ ਲਾਗੇ ਚੱਗੇ ਆ। ਰੇਲਵੇ ਸਟੇਸ਼ਨ ਲਾਲੂਕੋਟ ਲੱਗਦਾ ਸੀ, ਉੱਥੇ ਪਿੰਡ ਅਕਰੇ ਦਾ ਉਹ ਨਾਮ ਲੈਂਦੇ ਸੀ। ਪਰ ਇਹ ਨਹੀਂ ਪਤਾ ਕਿ ਉਹ ਅਕਰਾ ਜਿਹੜਾ ਹੈਗਾ ਉਹ ਕਿਸੇ ਬੈਂਕ ਦਾ ਜਾਂ ਕਿਸੇ ਪਿੰਡ ਦਾ ਉਹ ਹਿੱਸਾ ਸੀ। ਇਹ ਮੈਨੂੰ ਕੁਝ ਦਿਨਾਂ ਯਾਦ ਨਹੀਂ ਤੇ ਨਾ ਮੈਂ ਦੱਸ ਸਕਦਾ, ਕਿਉਂਕਿ ਜੋ ਕੁਛ ਮੈਨੂੰ ਯਾਦ ਆ ਉਹੀ ਹੈ ਕਿ ਅਕਰੇ ਦਾ ਨਾਮ ਲੈਂਦੇ ਸੀ। ਪਾਕਿਸਤਾਨ ਤੋਂ ਆ ਕੇ ਅਸੀਂ ਇਹ ਬੜੀ ਦੁੱਖ ਭਰੀ ਕਹਾਣੀ ਹੈ ਕਿ ਪਾਕਿਸਤਾਨ ਤੋਂ ਭਾਰਤ ਆਉਣ ਦਾ ਸਫ਼ਰ ਸਾਡਾ ਕਿੱਦਾਂ ਰਿਹਾ। ਇਹ ਸਫ਼ਰ ਰੌਂਗਟੇ ਖੜੇ ਹੋ ਜਾਂਦੇ ਆ। ਮੈਂ ਇਸ 'ਤੇ ਕੋਸ਼ਿਸ਼ ਕੀਤੀ ਸੀ ਨਾਵਲ ਲਿਖਣ ਦੀ, ਪਰ ਫਿਰ ਮਸਰੂਫਤ ਮੇਰੀ ਹੋਰ ਪਾਸੇ ਲੱਗਣ ਲੱਗ ਗਈ ਅਤੇ ਮੈਂ ਉੱਧਰ ਲਿਖਣ ਲੱਗ ਗਿਆ। ਉਸ ਪਿੰਡ ਵਿੱਚ ਇੱਕ ਰਾਤ ਐਸੀ ਆਈ, ਸ਼ਾਮ ਐਸੀ ਆਈ ਕਿ ਪਿੰਡ ਦੇ ਚਾਰ ਸਫੇਰੇ ਘੋੜਿਆਂ ਦੀ ਦਗੜ ਹੋਣ ਲੱਗੇ ਅਤੇ ਸਾਡੇ ਕੋਲ ਉਸ ਤੁਸੀਂ ਕਹਿ ਲਓ ਕਿ ਉਹ ਸਰਪੰਚ ਸੀ ਜਾਂ ਉਹ ਚੌਧਰੀ ਜਾਂ ਕੁਛ ਇਸ ਟਾਈਪ ਦਾ ਬੰਦਾ ਸੀਗਾ। ਉਹ ਘੋੜੇ 'ਤੇ ਆਇਆ ਸਾਡੇ ਕੋਲ। ਜਿਹੜੀ ਮਤਲਬ ਮੇਰੇ ਕੰਨਾਂ 'ਚ ਸੁਣਨ ਵਾਲੀ ਗੱਲ ਹੈ, ਉਹਨੇ ਸਾਰੇ ਜਿਹੜੀ ਮਤਲਬ ਆਪ ਸੁਣੀ, ਕੰਨਾਂ 'ਚ ਨਹੀਂ ਕਿਸੇ ਨੇ ਨਹੀਂ ਸੁਣਾਈ, ਮੈਂ ਆਪ ਸੁਣੀ। ਉਹਨੇ ਪਿੰਡ ਦੇ ਚਾਰ ਸਫੇਰੇ ਜਿਹੜੇ ਬੰਦੇ ਇਕੱਠੇ ਹੋਏ ਸੀ ਨਾ, ਉਹਨਾਂ ਨੂੰ ਕਹਿੰਦਾ ਸੁਣ ਲਓ ਗੱਲ, ਉਹ ਪੰਜਾਬੀ ਹੋ ਗਾਲਾਂ ਕੱਢ ਕੇ ਉਹ ਮੇਰਾ ਯਾਰ ਉਹ ਸਿੰਧੀ ਬੋਲਦਾ ਸੀਗਾ। ਉਹ ਕਹਿੰਦਾ ਸੁਣ ਲਓ ਗੱਲ, ਇਹ ਪਿੰਡ ਮੇਰਾ ਹੈ,
ਜੇ ਇੱਥੇ ਕਿਸੇ ਸਿੱਖ ਦਾ ਬੁੱਧੀ ਭਰ ਦਾ ਵੀ ਨੁਕਸਾਨ ਹੋਇਆ ਤੇ ਤੁਹਾਡਾ ਇਹਦਾ ਕਾਮ ਬੱਚਾ ਵੀ ਹੋਊਗਾ। ਇਹ ਸੋਚ ਲਓ ਤੇ ਚੁੱਪ ਕਰਕੇ ਹੁਣ ਤੁਸੀਂ ਚੱਲੋ, ਕਿਉਂਕਿ ਉਹਦੇ ਕੰਨ 'ਚ ਆਵਾਜ਼ ਪਈ ਸੀ, ਵਡੇਰਾ ਉਹਨੂੰ ਕਹਿੰਦੇ ਸੀ ਕਿ ਉਹਦੇ ਇਹ ਕੰਨ 'ਚ ਆਵਾਜ਼ ਪਈ ਸੀ ਕਿ ਅੱਜ ਇਹਨਾਂ ਨੇ ਇਹ ਸਿੱਖਾਂ ਦੇ ਉੱਤੇ ਹਮਲਾ ਕਰਨਾ। ਉਹ ਚਲੇ ਗਏ ਤੇ ਉਸ ਤੋਂ ਬਾਅਦ ਵਡੇਰੇ ਦੇ 20-25 ਘੋੜਸਵਾਰ ਜਿਹੜੇ ਆ ਉਹ ਸਾਡੇ ਪਿੰਡ ਆਏ। ਸਾਨੂੰ ਕਹਿੰਦੇ ਵੀ ਤੁਸੀਂ ਆਪਣਾ ਸਮਾਨ ਜਿਹੜਾ ਹੈਗਾ ਲੱਦ ਲਓ ਤੇ ਤੁਹਾਨੂੰ ਗੱਡੀ ਲਾਲੂਕੋਟ ਸਟੇਸ਼ਨ ਤੇ ਆਊਗੀ, ਉਸ ਗੱਡੀ ਦਾ ਤੁਹਾਨੂੰ ਬਿਠਾ ਕੇ ਤੇ ਤੁਹਾਨੂੰ ਭਾਰਤ ਦੇ ਉੱਥੋਂ ਜਦ ਤੱਕ ਮੈਨੂੰ ਯਾਦ ਆ ਅਸੀਂ ਉਸ ਗੱਡੀਆਂ ਦਾ ਕਾਫਲਾ ਸੀਗਾ ਜਿਨ੍ਹਾਂ ਵਿੱਚ ਲੋਕਾਂ ਨੇ ਸਮਾਨ ਆਪਣਾ ਜ਼ਰੂਰੀ ਸਮਾਨ ਲੱਦਿਆ ਹੋਇਆ ਸੀ। ਉਹ ਅਸੀਂ ਲੱਦ ਕੇ ਤੇ ਲਾਲੂਕੋਟ ਸਟੇਸ਼ਨ ਦੇ ਨਾਲ ਹੀ ਇੱਕ ਥਾਣਾ ਪੈਂਦਾ ਸੀ ਸੱਜੇ ਹੱਥ, ਉਸ ਥਾਣੇ ਵਾਲਿਆਂ ਦਾ ਰੋਕਿਆ। ਥਾਣੇ ਵਾਲਿਆਂ ਨੇ ਰੋਕ ਕੇ ਕਿਹਾ, ਉਹ ਕਹਿੰਦੇ ਵੀ ਬੰਦੇ ਸਾਰੇ ਇੱਧਰ ਆਓ। ਬੰਦੇ ਸਾਰੇ ਲਾਈਨ 'ਚ ਲੱਗ ਕੇ ਉੱਥੇ ਚਲੇ ਗਏ। ਉਹਨੇ ਕਹਿੰਦਾ ਲਾਈਨ 'ਚ ਲੱਗ, ਉਹ ਲਾਈਨ 'ਚ ਲੱਗੇ। ਇੰਨੀ ਦੇਰ ਨੂੰ ਪਿੱਛੋਂ ਉਹ ਵਡੇਰਾ ਜਿਹੜਾ ਸੀ ਉਹ ਆਪਣਾ ਨਾਲ ਸਵਾਰ ਲੈ ਕੇ ਸਿੱਧਾ ਹੀ ਉਹ ਥਾਣੇ ਦੇ ਵਿੱਚ ਜਿਹੜਾ ਥਾਣੇਦਾਰ ਸੀ ਉਹਦੇ ਕੋਲ ਕਹਿੰਦਾ ਇਹ ਕੀ ਕੀਤਾ, ਇਹ ਕੀ ਕਰ ਰਿਹਾ ਤੂੰ? ਕਹਿੰਦਾ ਵੀ ਇਹਨਾਂ ਨੂੰ ਮਾਰਨਾ। ਕਹਿੰਦਾ ਮੈਨੂੰ ਜਾਣਦਾ ਨਹੀਂ, ਖਬਰਦਾਰ ਤੂੰ ਪੰਜਾਬ ਤੋਂ ਆਇਆ, ਇਹ ਇਲਾਕਾ ਮੇਰਾ ਤਾਂ ਮੈਨੂੰ ਲੋਕ ਜਾਣਦੇ ਤੇ ਤੂੰ ਇਹਨੂੰ ਜੇ ਕਿਸੇ ਦਾ ਇਹਨਾਂ ਦਾ ਵਾਰ ਵੀ ਮੰਗਾ ਹੋ ਗਿਆ ਰੇਡੀ ਕਰਾ ਕੇ ਆਉਂਦਾ। ਉਹ ਕਹਿੰਦਾ ਜੀ ਉੱਥੇ ਪੰਜਾਬ 'ਚ ਸਾਡੇ ਸਾਰੇ ਗੱਡੀਆਂ ਸਾਡੀਆਂ ਵਾਰਦੇ। ਉਹ ਕਹਿੰਦਾ ਜਿੰਨਾ ਪੰਜਾਬੀ ਇਹਨਾਂ ਨੂੰ ਬਾਹਰ ਨਾ ਜਾ ਕੇ ਉਹਨਾਂ ਕੋਲ ਬਦਲਣਾ। ਇਹ ਸਿੱਖ ਕਹਿੰਦਾ ਕਈ ਪੀੜ੍ਹੀਆਂ ਤੋਂ ਕਹਿੰਦਾ ਮੇਰੇ ਪਰਿਵਾਰਾਂ ਦੇ ਜਿਹੜੇ ਮੈਂਬਰ ਨੇ ਉਹਨਾਂ ਨਾਲ ਰਹਿ ਰਹੇ ਆ, ਅਸੀਂ ਭਰਾਵਾਂ ਤੋਂ ਵੱਧ ਸਾਡਾ ਪਿਆਰ ਹੈ ਤੇ ਇਹਨਾਂ ਨੂੰ ਕੁਛ ਨਹੀਂ ਕਹਿਣਾ। ਉਹ ਸਾਡੇ ਮਤਲਬ ਮੈਂ ਵਿੱਚ ਗੱਲ ਛੱਡ ਗਿਆ ਕਿ ਉਸ ਰਾਤ ਵਿੱਚ ਉਹਨੇ ਸਾਨੂੰ ਗੱਡੇ ਗੁੱਡੇ ਨੂੰ ਦਵਾ ਕੇ ਤੇ ਕਹਿੰਦੇ ਤੁਸੀਂ ਮੇਰੀ ਹਵੇਲੀ ਆ ਜਾਓ। ਉਹ ਹਵੇਲੀ ਕਿ ਕਿਲ੍ਹਾ ਨਵਾਜ਼ ਸੀ ਉਹਨੂੰ ਹਵੇਲੀ ਤੇ ਸਾਰੇ ਉਸ ਕਿਲ੍ਹੇ ਜਾ ਗਏ। ਰਾਤੀ ਉਹਨਾਂ ਨੇ ਉੱਥੇ ਰੋਟੀ ਬਣਾਈ। ਉਹਨਾਂ ਦੀਆਂ ਬੇਗਮਾਂ ਕਹਿੰਦੀਆਂ ਵੀ ਤੁਸੀਂ ਜਿਹੜੇ ਜੇ ਤੁਸੀਂ ਆਪਣੇ ਹੱਥਾਂ ਰੋਟੀ ਪਕਾਉਣੀ ਆ ਤੇ ਤੁਹਾਨੂੰ ਮੇਰੀਆਂ ਬਾਂਦੀਆਂ ਤੁਹਾਨੂੰ ਰੋਟੀ ਪਾਓ। ਉਹਨਾਂ ਨੇ ਕੁਨਾਰੀਆਂ ਸਾਨੂੰ ਦਿੱਤੀਆਂ। ਸਾਡੇ ਜਿਹੜੇ ਪਰਿਵਾਰ ਦੀਆਂ ਔਰਤਾਂ ਸੀ ਕੁਨਾਰੀਆਂ ਦਿੱਤੀਆਂ। ਕੁਨਾਰੀ ਉਹਨਾਂ ਹੁੰਦੀ ਸੀ ਮਿੱਟੀ ਦੀ ਪ੍ਰਾਪਤ ਮਾਚੀ ਸੀ। ਉਹਦੇ 'ਚ ਉਹਨਾਂ ਨੇ ਰਾਸ਼ਨ ਪਾਣੀ ਸਾਰਾ ਕੁਛ ਦਿੱਤਾ। ਡੰਗਰਾਂ ਨੂੰ ਜਿਹੜੇ ਨਾਲ ਲਿਆ ਸੀ ਉਹਨਾਂ ਨੂੰ ਆਪਣੇ ਸਵੇਰੇ ਭੇਜ ਕੇ ਉੱਥੇ ਪੱਠੇ ਪੁੱਠੇ ਪਾਉਣੇ ਸੀ। ਉਹਨਾਂ ਦੇ ਰੇਲਵੇ ਸਟੇਸ਼ਨ 'ਤੇ ਕਿੱਥੇ ਜਾਣਾ ਸੀ? ਖੈਰ ਦਿਨ ਚੜੇ ਉਹਨੇ ਸਾਨੂੰ ਉਸੇ ਤਰ੍ਹਾਂ ਹੀ ਗੱਡਿਆਂ 'ਤੇ ਬਿਠਾਇਆ। ਸਮਾਨ ਕਹਿੰਦਾ ਜ਼ਰੂਰੀ ਲੈ ਲਓ ਅਤੇ ਆ ਗਏ ਅਸੀਂ ਲਾਲੂਕੋਟ ਰੇਲਵੇ ਸਟੇਸ਼ਨ। ਉੱਥੇ ਆ ਕੇ ਸਾਨੂੰ ਗੱਡੀ ਅਸੀਂ ਤਕਰੀਬਨ ਮੇਰਾ ਖਿਆਲ ਹੈ ਥੋੜ੍ਹੇ ਟਾਈਮ ਅਸੀਂ ਉੱਥੇ ਖੜ੍ਹੇ ਹੋ ਗਏ ਰੇਲਵੇ ਸਟੇਸ਼ਨ 'ਤੇ। ਅਤੇ ਉਸ ਤੋਂ ਬਾਅਦ ਉਹਦੇ ਵਿੱਚ ਸੀਗੀ ਗੱਡੀ ਜਿਹੜੀ ਆ ਉਹ ਸਿੱਖ ਜਿਹੜੇ ਆ ਉਹਦੇ 'ਚ ਸੀਗੇ ਫੌਜੀ। ਉਹਦੀ ਸਿਲੈਕਸ਼ਨ 'ਚ ਆ ਰਿਹਾ ਸੀ, ਉਹਦੀ ਰੱਖਿਆ 'ਤੇ ਉਹ ਗੱਡੀ ਆ ਰਹੀ ਸੀ। ਲੋਕਾਂ ਨੇ ਗੱਡੀ ਦੇ ਚੜ੍ਹ ਕੇ ਫਟਾਫਟ ਚੜ੍ਹਨ ਦਾ ਕੀਤਾ। ਜਿਹਨੂੰ ਬਾਰੇ ਦੇ ਵਿੱਚੋਂ ਥਾਂ ਵੀ ਉੱਧਰ ਜਿਵੇਂ ਕੁਛ ਕਿਸੇ ਦਾ ਨਿਆਣਾ ਕਿਸੇ ਪਾਸੇ ਵੀ ਸੁੱਟਤਾ ਤੇ ਉਹ ਗੱਡੀ ਡੱਬੇ ਦੇ ਵਿੱਚ ਸੁੱਟਤਾ। ਜਿਹੜੇ ਲਫੰਗੇ ਸੀਗੇ ਉਹ ਦੂਰ ਇਕੱਠੇ ਹੋ ਗਏ ਤੇ ਉਹਨਾਂ ਨੇ ਜਿਹੜੇ ਸਿੱਖ ਸੋਲਜਰ ਸੀਗੇ ਉਹਨਾਂ ਨੇ ਬੰਦੂਕਾਂ ਧਾਰੀਆਂ ਹੋਈਆਂ ਸੀ ਤੇ ਉਹ ਇੰਨੀ ਕੁ ਦੂਰ ਸੀ ਪਿੱਛੇ ਵੀ ਸਾਨੂੰ ਜਿਹੜੀ ਗੋਲੀਆਂ ਘਰ ਸਾਰੇ ਚੜ੍ਹ ਕੇ ਆ ਗਏ। ਫਿਰ ਉਹ ਮੈਨੂੰ ਚੰਗੀ ਤਰ੍ਹਾਂ ਯਾਦ ਆ ਵੀ ਉਸ ਜਿਸ ਸਟੇਸ਼ਨ 'ਤੇ ਅਸੀਂ ਲੈਂਡ ਕੀਤਾ ਸੀ ਰਾਹ ਦੀਆਂ ਤਾਂ ਅਸੀਂ ਕਈ ਕਤਲ ਹੁੰਦੇ ਦੇਖੇ, ਕਈ ਲੋਕਾਂ ਨੂੰ ਭਾਈਆਂ ਨੂੰ ਮਾਰਦੇ ਦੇਖੇ, ਉਹ ਤਾਂ ਦੇਖੇ। ਲੇਕਿਨ ਜਿੱਥੇ ਅਸੀਂ ਸੇਫਲੀ ਪਹੁੰਚ ਗਏ ਤੇ ਜਿੱਥੇ ਆ ਕੇ ਸਾਨੂੰ ਸਬਰਾ ਸਾ ਆਇਆ ਵੀ ਇਹ ਤਾਂ ਹੁਣ ਇੱਥੇ ਅਸੀਂ ਸੇਫ ਹਾਂ। ਉੱਥੇ ਸਾਨੂੰ ਲੋਕਾਂ ਨੇ
ਪਾਣੀ ਪੀਤਾ। ਹੁਣ ਰਾਹ 'ਚ ਪਾਣੀ ਲੋਕਾਂ ਨੂੰ ਮਿਲਿਆ ਕਿ ਨਹੀਂ ਮਿਲਿਆ, ਉਹਨਾਂ ਲੋਕਾਂ ਨੇ ਆਪਣਾ ਪਾਣੀ ਦੀ ਥਾਂ 'ਤੇ ਕੀ ਪੀਤਾ, ਲੋਕਾਂ ਬੱਚੇ ਵਿਲਕਦੇ ਸੀ। ਤੇ ਖੈਰ ਅਸੀਂ ਸੇਫ ਜਗ੍ਹਾ 'ਤੇ ਆ ਗਏ, ਜਿੱਥੇ ਸਾਨੂੰ ਚਾਹ ਵੀ ਪਿਆਈ, ਲੋਕਾਂ ਨੇ ਪਾਣੀ ਪੂਣੀ ਪਿਆ, ਜੋ ਕੁਛ ਵੀ ਸੀਗੀ। ਉੱਥੇ ਫਿਰ ਅਸੀਂ ਆਪਣਾ ਸਮਾਨ ਸਮੂਨ ਰੱਖਿਆ, ਰਾਤ ਉੱਥੇ ਰਹੇ। ਫਿਰ ਅਗਲੇ ਦਿਨ ਅਸੀਂ ਤਿਆਰੀ ਕੀਤੀ ਤੇ ਕਿੱਧਰ ਨੂੰ ਜਾਣਾ ਸੀ, ਅਸੀਂ ਤਿਆਰ ਕੀਤਾ। ਅੰਮ੍ਰਿਤਸਰ ਜਾਣਾ ਚਾਹੁੰਦੇ ਸੀ, ਅਲਟੀਮੇਟ ਨਿਸ਼ਾਨਾ ਅੰਮ੍ਰਿਤਸਰ ਸੀ, ਪਰ ਉਹ ਮੈਨੂੰ ਯਾਦ ਨਹੀਂ ਹੁਣ ਉਹ ਕਿਹੜਾ ਸਟੇਸ਼ਨ ਸੀ ਜਿੱਥੇ ਅਸੀਂ ਲੈਂਡ ਕੀਤਾ ਸੀ ਪਾਕਿਸਤਾਨ ਤੋਂ। ਅੰਮ੍ਰਿਤਸਰ ਫਿਰ ਅਸੀਂ ਕੁਛ ਦੇਰ ਰਹੇ, ਉਸ ਤੋਂ ਬਾਅਦ ਫਿਰ ਇੱਥੇ ਆ ਕੇ ਆ ਗਏ, ਫਿਰੋਜ਼ਪੁਰ ਆ ਗਏ। ਇੱਥੇ ਮੇਰੀ ਐਜੂਕੇਸ਼ਨ ਹੋਈ। ਇਹ ਸਭ ਜਿਹੜਾ ਲਿਖਣ ਦੀ ਜਿਹੜੀ ਮੈਨੂੰ ਹਿੱਟ ਪਈ, ਜਿਹੜੀ ਸੱਟ ਪਈ, ਉਹ ਇਹ ਪਈ ਕਿ ਇੱਕ ਕਥਾਕਾਰ ਸੀ, ਉਹ ਕਥਾ ਸੁਣਾਉਂਦਿਆਂ ਜਦੋਂ ਬਾਬਾ ਜੀਵਨ ਸਿੰਘ ਦੀ ਭਾਈ ਜੱਟੇ ਦੀ ਜਿਹੜੀ ਆ ਉੱਥੇ ਉਸ ਮਰਹਲੇ ਦੀ ਕਥਾ ਆਈ, ਤਾਂ ਉਹਨੇ ਇਹ ਨਹੀਂ ਕਿਹਾ ਕਿ ਉੱਥੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਭਾਈ ਜੱਟਾ ਲੈ ਕੇ ਆਇਆ, ਉਹ ਕਹਿੰਦਾ ਇੱਕ ਸਿੱਖ ਲੈ ਕੇ ਆਇਆ ਸੀ। ਉਸ ਕਥਾਕਾਰ ਨੂੰ ਫਿਰ ਮੈਂ ਕਥਾ ਖਤਮ ਹੋਣ ਤੋਂ ਬਾਅਦ ਮੈਂ ਘੇਰਿਆ ਉਹਨੂੰ, ਅਤੇ ਫਿਰ ਉਹਦੇ ਨਾਲ ਮੇਰੀ ਚੰਗੀ ਝਗੜਾ ਵੀ ਹੋਇਆ ਕਿ ਤੂੰ ਇਹ ਜੇ ਤੈਨੂੰ ਉਹਦੇ ਨਾਂ ਦਾ ਨਹੀਂ ਪਤਾ ਤਾਂ ਫਿਰ ਤੂੰ ਕਥਾ ਕਰਨੀ ਬੰਦ ਕਰ, ਅਤੇ ਜੇ ਇਤਿਹਾਸ 'ਚ ਨਹੀਂ ਲਿਖਿਆ ਤਾਂ ਫਿਰ ਲਿਖ ਲੈਣ ਇਹੋ ਜਿਹਾ ਇਤਿਹਾਸ। ਫਿਰ ਉਸ ਤੋਂ ਮੈਂ ਤਹੱਇਆ ਕੀਤਾ ਕਿ ਮੈਂ ਇਹ ਜਿਹੜਾ ਇਤਿਹਾਸ ਹੈ ਨਾ, ਇਹ ਕੋਈ ਵੀ ਕੌਮ, ਕਿਸੇ ਵੀ ਕੌਮ ਦਾ ਇਤਿਹਾਸ ਕੋਈ ਦੂਜਾ ਨਹੀਂ ਲਿਖ ਸਕਦਾ। ਜੇ ਤੁਸੀਂ ਆਪਣੀ ਕੌਮ ਦੇ ਬੱਚਿਆਂ ਦੀ ਅਗਵਾਈ ਵਾਸਤੇ ਕੁਛ ਕਹਿਣਾ ਹੈ, ਕੁਛ ਕਰਨਾ ਹੈ, ਕੁਛ ਲਿਖਣਾ ਹੈ, ਇਹ ਤੁਹਾਨੂੰ ਆਪ ਕਰਨਾ ਪਊਗਾ। ਉਸ ਤੋਂ ਬਾਅਦ ਫਿਰ ਮੈਂ ਆਪਣੇ ਇਤਿਹਾਸ 'ਤੇ ਖੋਜ ਕਰਨੀ ਸ਼ੁਰੂ ਕਰਤੀ। ਸੋ ਉਸ ਤੋਂ ਬਾਅਦ 7 ਕੰਮ ਜਿਹੜੇ ਮੇਰੇ ਹੈਗੇ ਨੇ, ਉਹਦੇ ਨਾਲ ਉਹ ਵੀ ਕਰਦਾ ਰਿਹਾ ਅਤੇ ਨਾਲ ਇਤਿਹਾਸ ਦੀ ਵੀ ਖੋਜ ਕਰਦਾ ਰਿਹਾ, ਕਿਉਂਕਿ ਸਾਹਿਤਕ ਕੰਮਾਂ ਵਿੱਚ ਵੀ ਕਾਫੀ ਜਿਹੜੇ ਹੈ ਉਹ ਇਤਿਹਾਸਕ ਗੱਲਾਂ ਆ ਜਾਂਦੀਆਂ ਸੀ। ਜਿਵੇਂ ਸਾਧੂ ਦਇਆ ਸਿੰਘ ਆਪ ਨੇ ਕਿਹਾ, ਸੂਰਮਾ ਹੁੰਦਾ ਉਹ ਕੁਛ ਇਸ ਤਰ੍ਹਾਂ ਹੈ ਕਿ ਸੂਰਮਾ ਹੁੰਦਾ ਉਹ ਜੀਵਨ ਸਿੰਘ ਦੇ ਵਾਂਗ ਦਾ ਡਰਿਆ ਸਿੱਖਾ ਕੁਛ ਦੇਵਾ ਹੈਗੀਆਂ ਲੈਣਾ, ਸੱਚ ਵਿੱਚ ਵੀ ਉਹ ਸਭ ਲੈਣਾ ਹੈ। ਹਰ ਚੱਲਦਾ ਰਿਹਾ ਸਾਹਿਤਕ ਕੰਮ ਜਿਹੜਾ ਹੈਗਾ ਮੇਰਾ, ਸਭ ਤੋਂ ਪਹਿਲਾਂ ਮੈਂ ਤੋਰਿਆ ਲਿਖੀ ਕਵਿਤਾਵਾਂ, ਬਚਪਨ ਦੇ ਅਹਿਸਾਸ, ਜਵਾਨੀ ਦੇ ਅਹਿਸਾਸ ਸੀ ਉਹਦੇ 'ਚ। ਉਸ ਤੋਂ ਬਾਅਦ ਮੈਂ ਇੱਕ ਨਾਵਲ ਲਿਖਿਆ ਕੁੰਦੀ, ਜਿਸ ਦੇ ਉੱਤੇ ਇੱਕ ਪਿਕਚਰ ਵੀ ਬਣ ਰਹੀ ਸੀ। ਉਸ ਤੋਂ ਬਾਅਦ ਮੈਂ 2 ਨਾਵਲ ਲਿਖੇ, ਇੱਕ ਮਾਰਗ ਨਾਵਲ ਸੀ, ਉਸਦੀਆਂ ਕਾਪੀਆਂ ਤਾਂ ਮੇਰੇ ਕੋਲ ਨਹੀਂ ਹੈ ਇਸ ਵਕਤ, ਅਤੇ ਉਸ ਤੋਂ ਬਾਅਦ ਅੰਗਰੇਜ਼ਾਂ ਦਾ ਇਤਿਹਾਸ, ਭਾਈ ਜੱਟਾ, ਜੀਵਨ ਅਤੇ ਸੰਘਰਸ਼। ਉਸ ਤੋਂ ਬਾਅਦ ਕਾਵਿ ਸੰਗ੍ਰਹਿ, ਸ਼ਬਨਮ, ਗਜ਼ਲ ਸੰਗ੍ਰਹਿ, ਸ਼ਬਨਮ ਅਤੇ ਖੁਸ਼ਬੂ। ਉਸ ਤੋਂ ਬਾਅਦ ਮੈਂ ਜਿਹੜੀਆਂ ਅੰਗਰੇਜ਼ਾਂ ਦਾ ਇਤਿਹਾਸ ਭਾਗ 2, ਅੰਗਰੇਜ਼ਾਂ ਦਾ ਇਤਿਹਾਸ ਭਾਗ 3, ਤੁਲਸੀਨਾਮੇ ਪੁਰਾਤਨ ਪ੍ਰਾਚੀਨ ਜਿਹੜੇ ਆ ਪਾਤਰਾਂ ਦੇ ਤੁਲਸੀਨਾਮੇ, 10ਵੇਂ ਗ੍ਰੰਥ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ, ਇਹਨਾਂ ਕਿਤਾਬਾਂ ਤੋਂ ਇਲਾਵਾ ਜਪਜੀ ਸਾਹਿਬ ਦੇ ਵਿਆਖਿਆ ਜਿਹੜੀ ਉਹ ਲਿਖੀ ਹੈ, ਉਹ ਇਸ ਵੇਲੇ ਟਾਈਪ ਹੋਣ ਤੋਂ ਬਾਅਦ ਮੈਂ ਉਹਨੂੰ ਹੁਣ ਮੇਰੀ ਇਹ ਕੋਸ਼ਿਸ਼ ਹੈ ਕਿ ਮੈਂ ਮੈਂ ਮਹਾਰਾਜਾ ਦਲੀਪ ਸਿੰਘ ਦੇ ਉੱਤੇ ਰਿਸਰਚ ਕਰਾਂ। ਉਹ ਰਿਸਰਚ ਕਰਕੇ ਉਹਦਾ ਨਿਸ਼ਾਨਾ ਇਹ ਆ ਕਿ ਅਸੀਂ ਪਰਖ ਕਰੀਏ, ਅਸੀਂ ਨਿਖੇੜਨ ਦੀ ਕੋਸ਼ਿਸ਼ ਕਰੀਏ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਸਿੱਖ ਰਾਜ ਦੇ ਜਿਹੜੇ ਵਫਾਦਾਰ ਹੈ, ਅਤੇ ਉਹਨਾਂ ਲੋਕਾਂ ਨੂੰ ਨਿਖੇੜੀਏ ਜਿਹੜੇ ਪੰਥ ਨਾਲ ਗਦਾਰੀਆਂ ਕਰਦੇ ਰਹੇ, ਸਿੱਖ ਕੌਮ ਨਾਲ ਗਦਾਰੀਆਂ ਕਰਦੇ ਰਹੇ। ਈਵਨ ਮਹਾਰਾਜਾ ਰਣਜੀਤ ਸਿੰਘ ਨਾਲ ਗਦਾਰੀ ਉਹਨਾਂ ਨੇ ਜੋ ਕੁਛ ਕਰਨੀ ਸੀ ਕਰ ਲਈ, ਲੇਕਿਨ ਇੱਕ
ਅਧਿਕਾਰਕ ਤੌਰ ਤੇ ਅਨਿਆਯਯੁਕਤ ਤਰੀਕੇ ਦੇ ਨਾਲ ਮਹਾਰਾਜਾ ਦਲੀਪ ਸਿੰਘ ਦਾ ਰਾਜ ਖੋਣਾ 5 ਸਾਲ ਦੀ ਉਮਰ 'ਚ ਉਹਨੂੰ ਜਿਹੜਾ ਸ਼ਹਿਨशाह ਡਿਕਲੇਅਰ ਕੀਤਾ। 13-14 ਸਾਲ ਦੀ ਉਮਰ ਵਿੱਚ ਉਹਦੇ ਕੋਲ ਸਾਰਾ ਰਾਜ ਦਿਖਾ ਲਿਆ, ਉਹਨੂੰ ਹੀਰਾ ਦਿਖਾ ਲਿਆ, ਔਰ ਬਾਅਦ 'ਚ ਉਹਨੂੰ ਧੋਖੇ ਨਾਲ ਇੰਗਲੈਂਡ ਲੈ ਗਏ, ਕ੍ਰਿਸਚਨ ਬਣਾਉਣ ਦੀ ਕੋਸ਼ਿਸ਼ ਕੀਤੀ, ਮਾਂ ਤੋਂ ਵੱਖਰਾ ਰਿਹਾ, ਮਾਤਾ ਰੋਂਦੀ ਰਹੀ, ਔਰ ਉਹ ਜਾ ਕੇ ਨੇਪਾਲ ਵਿੱਚ ਉੱਥੋਂ ਫਿਰ ਜਾ ਕੇ ਇਹ ਮਾਂ ਪੁੱਤ ਇਕੱਠੇ ਮਿਲੇ, ਉੱਥੋਂ ਦਲੀਪ ਸਿੰਘ ਉਹ ਹੋ ਗਿਆ। ਔਰ ਬੜੀ ਪੈਥੈਟਿਕ ਜਿਹੜੀ ਹੈ ਇਹ ਇਹਨਾਂ ਦਾ ਪੋਰਸ਼ਨ ਸੀਗਾ, ਔਰ ਇਸ ਪੈਥੈਟਿਕ ਪੋਰਸ਼ਨ ਦੇ ਵਿੱਚ ਜ਼ਿੰਮੇਵਾਰੀ ਜਿਹੜੀ ਹੈ ਇੱਥੋਂ ਦੇ ਜਿਹੜਾ ਜ਼ਿਮੀਂਦਾਰ ਤਬਕਾ, ਜਿਹੜਾ ਜ਼ਗੀਰਦਾਰ ਤਬਕਾ ਹੈ, ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਕੋਲੋਂ ਬੜਾ ਕੁਛ ਲਿਆ, ਔਰ ਹਾਲੇ ਤੱਕ ਵੀ ਉਹ ਜ਼ਿੰਦਗੀ ਬਤੀਤ ਕਰ ਰਹੇ ਨੇ, ਗਦਾਰੀਆਂ ਕੀਤੀਆਂ, ਉਹਨਾਂ ਸਾਰਿਆਂ ਦਾ ਪਾਰਟ ਜਿਹੜਾ ਹੈਗਾ ਉਹ ਮੈਂ ਇਸ ਕਰਕੇ ਨਹੀਂ ਲਿਖਦਾ ਕਿ ਇਹ ਮੈਨੂੰ ਉਹਨਾਂ ਨਾਲ ਕੋਈ ਦੁਸ਼ਮਣੀ ਆ। ਮੈਂ ਇਹ ਇਸ ਕਰਕੇ ਲਿਖ ਰਿਹਾ ਕਿ ਮੈਂ ਆਪਣੇ ਬੱਚਿਆਂ ਦੀ ਅਗਵਾਈ, ਮੇਰੇ ਬੱਚੇ ਅਗਵਾਈ ਲੈਣ ਵੀ ਕਿੰਨਾ ਲੋਕਾਂ ਕੋਲ ਕਿਸ ਤਰ੍ਹਾਂ ਬਚ ਕੇ ਰਹਿਣਾ, ਕਿਹੜੇ ਵਫਾਦਾਰ ਲੋਕ ਨੇ ਅਤੇ ਕਿਹੜੇ ਬੇਵਫਾ ਲੋਕ ਹੈ, ਉਹ ਕਿਸੇ ਵੇਲੇ ਵੀ ਧੋਖਾ ਕਰ ਸਕਦੇ ਨੇ, ਉਹਨਾਂ ਦੀ ਅਗਵਾਈ ਲਈ। ਦਰਅਸਲ ਇਤਿਹਾਸ ਜਿੰਨਾ ਵੀ ਹੈ ਇਹ ਲੋਕ ਬੇਈਮਾਨੀ ਕਰਦੇ ਆ ਵੀ ਆਹ ਅਸੀਂ ਗੱਲ ਛੁਪਾ ਲਈਏ, ਆਹ ਛੁਪਾ ਲਈਏ ਗੱਲ, ਆਹ ਬਿਲਕੁਲ ਘਟੀਆ ਗੱਲ ਸੀ, ਇਹਨੂੰ ਉਭਾਰ ਦਈਏ। ਸੋ ਇਹ ਗੱਲਾਂ ਜਿਹੜੀਆਂ ਇਹ ਕਰਦੇ ਨੇ, ਇਹ ਆਪਣੇ ਹੀ ਬੱਚਿਆਂ ਦੇ ਨਾਲ ਧੋਖਾ ਕਰਦੇ ਨੇ, ਉਹਨਾਂ ਨਾਲ ਫਰੇਬ ਕਰਦੇ ਨੇ, ਉਹਨਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਦੇ ਨੇ। ਇਤਿਹਾਸ ਦਾ ਮਕਸਦ ਤੁਹਾਡਾ ਬੱਚਿਆਂ ਦੀ ਅਗਵਾਈ ਕਰਨਾ ਹੈ ਕਿ ਕਿਹੋ ਜਿਹੇ ਸਮੇਂ ਵਿੱਚ, ਕਿਹੋ ਜਿਹੀਆਂ ਘਟਨਾਵਾਂ ਵਿੱਚ, ਕਿਹੋ ਜਿਹੇ ਜਿਹੜੇ ਹਾਲਾਤ ਵਿੱਚ ਸਾਡੇ ਬਜ਼ੁਰਗਾਂ ਨੇ ਉਸ ਹਾਲਾਤ 'ਤੇ ਕਾਬੂ ਪਾਇਆ, ਅਤੇ ਅਸੀਂ ਇਹੋ ਜਿਹੇ ਹਾਲਾਤ ਵਿੱਚ ਅਸੀਂ ਕਿਵੇਂ ਕਾਬੂ ਪਾਉਣਾ, ਸਾਨੂੰ ਕੀ ਕਰਨਾ ਚਾਹੀਦਾ, ਉਹਨਾਂ ਦੀ ਅਗਵਾਈ ਵਾਸਤੇ ਹੈ। ਅਤੇ ਜੇ ਤੁਸੀਂ ਗਲਤ ਇਤਿਹਾਸ ਲਿਖੋਗੇ, ਝੂਠੀਆਂ ਕਿਸੇ ਦੀਆਂ ਵਡਿਆਈਆਂ ਕਰੋਗੇ, ਝੂਠੇ ਜਿਹੜੇ ਸ਼ਹੀਦ ਪੈਦਾ ਕਰੋਗੇ, ਉਹ ਬੱਚਿਆਂ ਦੀ ਅਗਵਾਈ ਨਹੀਂ, ਉਹ ਬੱਚਿਆਂ ਨੂੰ ਗੁੰਮਰਾਹ ਕਰਨ ਵਾਲੀ ਗੱਲ ਹੈ। ਸੋ ਇਸ ਕਰਕੇ ਇਹ ਮੈਂ ਜਿਹੜਾ ਹਿਸਟੋਰੀਕਲ ਜਿਹੜੇ ਕੰਮ ਕਰਨਾ ਸ਼ੁਰੂ ਕੀਤੇ, ਔਰ ਉਮੀਦ ਹੈ ਕਿ ਅਗਲਾ ਜੇ ਪਰਮਾਤਮਾ ਨੇ, ਵਾਹਿਗੁਰੂ ਨੇ ਕੁਦਰਤ ਨੇ ਮੇਰੇ 'ਤੇ ਰਹਿਮਤ ਕੀਤੀ ਅਤੇ ਮੈਂ ਮਾਤਾ ਮਹਾਰਾਣੀ ਜਿੰਦਾ ਔਰ ਮਹਾਰਾਜਾ ਦਲੀਪ ਸਿੰਘ 'ਤੇ ਜ਼ਰੂਰ ਕੰਮ ਕਰਨਾ ਚਾਹਾਂਗਾ। ਔਰ ਮੈਨੂੰ ਉਮੀਦ ਹੈ ਕਿ ਜਿਹੜੀਆਂ ਗਦਾਰੀਆਂ ਉਹਨਾਂ ਦੇ ਨਾਲ ਹੋਈਆਂ, ਜਿਹੜੀਆਂ ਬੇਇਨਸਾਫੀਆਂ ਉਹਨਾਂ ਦੇ ਨਾਲ ਹੋਈਆਂ, ਉਹ ਅੰਗਰੇਜ਼ ਉਹਦੇ 'ਚ 5% ਜ਼ਿੰਮੇਵਾਰ ਹੈ, ਉਹ 95% ਜਿਹੜੇ ਆ ਸਾਡੇ ਪੰਜਾਬੀ ਔਰ ਸਿੱਖ ਜ਼ਿੰਮੇਵਾਰ ਹੈ, ਉਹ ਆਪਣੇ ਆਪ ਨੂੰ ਅੱਜ ਕੱਲ੍ਹ ਪੰਥ ਕਰਨ ਵਾਲੇ ਜ਼ਿੰਮੇਵਾਰ। ਸੋ ਆਰਪੀ ਸਾਹਿਬ, ਜੇ ਮੈਂ ਗੱਲ ਕਰਾਂ, ਤੁਸੀਂ ਸਿੱਖ ਇਤਿਹਾਸ ਦੇ ਉਹ ਪੰਨੇ ਫਰੋਲੇ ਨੇ ਜਿਹੜੇ ਅਣਡਿੱਠੇ ਪੰਨੇ ਸੀ, ਉਹਨਾਂ ਲੋਕਾਂ ਦੀ ਗੱਲ ਕੀਤੀ ਆ ਰੰਗਰੇਟਿਆਂ ਦੇ ਇਤਿਹਾਸ ਵਿੱਚ, ਜਿਹੜੇ ਅਣਗੌਲੇ ਲੋਕ ਸੀ, ਜਿਨ੍ਹਾਂ ਦੀਆਂ ਕੁਰਬਾਨੀਆਂ ਤਾਂ ਬਹੁਤ ਸੀਗੀਆਂ ਸਿੱਖ ਧਰਮ ਲਈ, ਪਰ ਸਿੱਖ ਧਰਮ ਦੇ ਕੁਝ ਉਹਨਾਂ ਲੇਖਕਾਂ ਨੇ, ਉਹਨਾਂ ਇਤਿਹਾਸਕਾਰਾਂ ਨੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਅੱਖੋਂ ਓਹਲੇ ਕੀਤਾ। ਤੁਹਾਨੂੰ ਲੱਗਦਾ ਕਿ ਜਿਹੜੇ ਰੰਗਰੇਟੇ ਸਿੱਖ ਨਾਇਕ ਸੀਗੇ, ਗੁਰੂ ਗੋਬਿੰਦ ਸਿੰਘ ਜੀ ਦੇ ਜਾਂ ਸਿੱਖ ਧਰਮ ਲਈ ਆਪਾ ਵਾਰਿਆ ਸੀ ਜਿਨ੍ਹਾਂ ਨੇ, ਉਹ ਸਾਰੇ ਲੋਕਾਂ ਨੂੰ ਇਤਿਹਾਸ ਸਮੇਂ ਦੇ ਇਤਿਹਾਸਕਾਰਾਂ ਨੇ ਅੱਖੋਂ ਪਰੋਖੇ ਕੀਤਾ? ਬਿਲਕੁਲ ਜੀ, ਇਹਨਾਂ ਨੇ ਜਿਹੜੇ ਸਾਡੇ ਸਿੱਖ ਇਤਿਹਾਸ ਨੇ, ਇਤਿਹਾਸਕਾਰ ਆ, ਉਹਨਾਂ ਨੇ ਇਹ ਸਾਡੇ ਬਹਾਦਰਾਂ ਨੂੰ, ਜਿਹੜੇ ਰੰਗਰੇਟੇ ਬਹਾਦਰ ਸੀਗੇ, ਇਹਨਾਂ ਨੂੰ ਬਿਲਕੁਲ ਤਾਂ ਇਹਨਾਂ ਨੇ ਇਸ ਤਰੀਕੇ ਨਾਲ ਮੱਦਿਆ ਮੇਟ ਕੀਤਾ। ਤੁਸੀਂ ਉਦਾਹਰਨ ਤੁਹਾਨੂੰ ਦਿੰਦਾ ਮੈਂ ਕਿ ਕਈ ਇਤਿਹਾਸਕਾਰਾਂ ਨੇ ਇਹ ਲਿਖਿਆ ਹੈ ਕਿ ਭਾਈ ਜਾਤਾ ਗੁਰੂ ਸਾਹਿਬ ਦਾ ਸੀਸ ਇੱਕ ਕੂੜੇ ਵਾਲੀ ਟੋਕਰੀ 'ਚ ਪਾ ਕੇ ਲਿਆ। ਛੋਟੇ ਮੂੰਹ ਇਹੋ ਜਿਹੇ ਰਾਈਟਰ ਦਾ, ਇਹਦੇ ਨਾਲ ਤਾਂ ਗੁਰੂ ਸਾਹਿਬ ਦਾ ਸੀਸ ਉੱਥੇ ਪਿਆ ਹੀ ਰਹਿਣ ਦਿੰਦੇ ਚੰਗਾ ਸੀਗਾ। ਕੂੜੇ ਦੀ ਟੋਕਰੀ 'ਚ ਲਿਆ ਕੇ ਗੁਰੂ ਸਾਹਿਬ ਦੇ ਸੀਸ ਦਾ ਮਾਣ ਕਰਨਾ, ਉਹਨਾਂ ਦੀ ਹਸੀਅਤ ਨੂੰ ਇੱਕ ਕੂੜੇ ਦੀ ਹਸੀਅਤ ਦੇ ਬਰਾਬਰ ਲਿਆ ਕੇ ਖੜਾ ਕਰਨਾ,
ਇਹੋ ਜਿਹਾ ਇਤਿਹਾਸ ਲਿਖਣ ਵਾਲਾ ਦੇ ਫੁੱਟੇ ਮੂੰਹ। ਕਾਹਦਾ ਇਤਿਹਾਸ ਹੈ ਇਹ? ਬਦਨਾਮੀ ਹੈ, ਗੁਰੂ ਸਾਹਿਬ ਦੀ ਬਦਨਾਮੀ ਹੈ, ਭਾਈ ਜੱਤੇ ਦੀ ਬਦਨਾਮੀ ਹੈ। ਉਸ ਦੀ ਇਹ ਉਹਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਹੁਣ ਭਾਈ ਜੱਤੇ ਨੂੰ ਤਾਂ ਕੁਛ ਅਕਲ ਹੀ ਨਹੀਂ ਸੀ। ਉਹ ਟੋਕਰੀ 'ਚ ਸੀਸ ਪਾ ਕੇ ਲਿਆ, ਚਾਦਰ 'ਚ ਪਾ ਕੇ ਕਿਉਂ ਨਹੀਂ ਲਿਆ? ਇਹ ਦਿਖਾਉਣਾ ਕੁਛ ਕਹਿੰਦੇ ਆ, ਕਰਨਾ ਕੁਛ ਚਾਹੁੰਦੇ ਆ, ਮਤਲਬ ਉਹਦੇ ਕੁਛ ਹੋਰ ਨਿਕਲ ਆਉਂਦੇ ਨੇ। ਸੋ ਇਹਨਾਂ ਨੇ ਰੱਜ ਕੇ ਜਿਹੜਾ ਹੈ ਰੰਗਰੇਟੇ ਪਾਤਰਾਂ ਦਾ ਇਹਨਾਂ ਨੇ ਅਪਮਾਨ ਕੀਤਾ, ਉਹਨਾਂ ਨੂੰ ਛੁਟਿਆ ਕੇ ਛੁਟਿਆ ਹੈ, ਉਹਨਾਂ ਦੀਆਂ ਕੁਰਬਾਨੀਆਂ ਨੂੰ ਨਜ਼ਰਅੰਦਾਜ਼ ਕੀਤਾ। ਆ ਤੁਹਾਨੂੰ ਹੁਣ ਮੈਂ ਇੱਕ ਉਦਾਹਰਨ ਦਿੰਦਾ। ਇਹ ਡਾਕਟਰ ਸੁਖਦਿਆਲ ਸਿੰਘ ਲਿਖ ਰਹੇ ਨੇ ਕਿ ਬੰਦਾ ਸਿੰਘ ਬਹਾਦਰ ਸਿੱਖਾਂ ਦਾ ਅਜਿਹਾ ਪਹਿਲਾ ਨੇਤਾ ਸੀ ਜਿਸ ਨੇ ਆਪਣੇ ਗੁਰੂ ਨਾਲ ਹੋਏ ਜ਼ੁਲਮਾਂ ਦਾ ਗਿਣ ਗਿਣ ਕੇ ਬਦਲਾ ਲਿਆ ਸੀ। ਸਿੱਖ ਇਤਿਹਾਸ ਇਸ ਗੱਲ ਲਈ ਸਦਾ ਉਸਦਾ ਰਿਣੀ ਰਹੇਗਾ। ਅੱਗੇ ਉਹ ਲਿਖਦਾ ਕਿਸੇ ਪੇਜ ਤੇ ਜਾ ਕੇ ਕਿ ਹਿੰਦੂ ਇਤਿਹਾਸਕਾਰਾਂ ਨੇ ਉਸ ਨੂੰ ਹਿੰਦੂਆਂ ਦਾ ਮੁਕਤੀਦਾਤਾ ਅਤੇ ਹਿੰਦੁਸਤਾਨ ਦਾ ਸੁਤੰਤਰਤਾ ਸੰਗਰਾਮੀ ਬਣਾ ਕੇ ਪੇਸ਼ ਕੀਤਾ। ਇਹ ਡਾਕਟਰ ਸੁਖਦਿਆਲ ਸਿੰਘ ਜਿਹੜਾ ਹੈਗਾ, ਇਹ ਆਪਣੇ ਵਿਚਾਰ ਦੱਸਿਆ। ਸਿਰਫ ਬੰਦਾ ਸਿੰਘ ਬਹਾਦਰ ਦੇ ਜਿਹੜੀ ਹੈ ਉਹਨੂੰ ਪੇਸ਼ ਕਰਨ ਦੀ ਜਿਹੜੀ ਪੇਸ਼ਕਾਰੀ ਇਹਨਾਂ ਨੇ ਕੀਤੀ, ਉਹਦੇ ਬਾਰੇ ਆਪਣੀ ਟਿੱਪਣੀ ਕਰ ਰਿਹਾ ਹੈ। ਅਤੇ ਇਹ ਉਸ ਜ਼ਮਾਨੇ 'ਚ ਕਰ ਰਿਹਾ, ਉਸ ਵਕਤ 'ਚ ਕਰ ਰਿਹਾ ਜਦੋਂ ਰੰਗਰੇਟਾਂ ਦੇ ਇਤਿਹਾਸ ਦੇ ਬਾਰੇ ਮੇਰਾ ਖਿਆਲ ਹੈ ਬਹੁਤ ਜ਼ਿਆਦਾ ਰਿਸਰਚ ਹੋ ਚੁੱਕੀ ਹੈ, ਬਹੁਤ ਸਾਰਾ ਕੰਮ ਹੋ ਚੁੱਕਿਆ, ਔਰ ਲੋਕ ਜਿਹੜੇ ਹੈ ਉਹ ਰੰਗਰੇਟਾਂ ਦੇ ਬਾਰੇ ਜਾਣਨ ਦੀ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਆ, ਵੱਧ ਤੋਂ ਵੱਧ ਖੋਜ ਕਰ ਰਹੇ ਨੇ। ਉਸ ਜ਼ਮਾਨੇ ਦੀ ਇਹ ਗੱਲ ਇਹ ਜਿਹੜਾ ਡਾਕਟਰ ਸੁਖਦਿਆਲ ਸਿੰਘ ਕਰ ਰਿਹਾ, ਅਤੇ ਇਹਨਾਂ ਦੇ ਪਿੱਛੇ ਕੀ ਕੜੀ ਘੋਲੀ ਹੋਊਗੀ ਇਹ ਕੋਈ ਅੰਦਾਜ਼ਾ ਲਾਉਣਾ ਕੋਈ ਮੁਸ਼ਕਿਲ ਨਹੀਂ। ਅਤੇ ਮੈਂ ਤੁਹਾਨੂੰ ਜੋ ਪਹਿਲਾਂ ਹੀ ਕਿਹਾ ਕਿ ਕਥਾਕਾਰ ਬਾਬਾ ਜੀਵਨ ਸਿੰਘ ਦਾ ਨਾਂ ਲੈਣ ਤੋਂ ਗੁਰੇਜ਼ ਕਰਦਾ ਹੈ, ਭਾਈ ਜਾਤਾ ਕਹਿਣ ਤੋਂ ਵੀ ਨਾਂ ਗੁਰੇਜ਼ ਕਰਦਾ, ਜਿਹੜਾ ਉਹਨਾਂ ਦਾ ਬਚਪਨ ਦਾ ਨਾਂ ਸੀ ਉਹ ਵੀ ਕਹਿਣ ਤੋਂ ਗੁਰੇਜ਼ ਕਰਦਾ। ਇਹਨਾਂ ਦੇ ਮੂੰਹ 'ਚ ਪਤਾ ਨਹੀਂ ਕਿਹੜਾ ਜ਼ਹਿਰ ਘੁਲਿਆ ਹੋਇਆ ਕਿ ਜ਼ਬਾਨ 'ਚ ਜ਼ਹਿਰ ਘੁਲਿਆ ਹੋਇਆ। ਜ਼ਹਿਰ ਤੋਂ ਬਿਨਾਂ ਇਹ ਕੁਛ ਕਰਦੇ ਨਹੀਂ, ਕੁਛ ਬੋਲਦੇ ਨਹੀਂ, ਕੁਛ ਕਲਮ ਜਿਹੜੀ ਹੈ ਇਹਨਾਂ ਦੀ ਉਹ ਵੀ ਜ਼ਹਿਰ ਭਰੀ ਹੋਈ ਕਲਮ। ਸੋ ਇਸ ਕਰਕੇ ਰੰਗਰੇਟਿਆਂ ਦਾ ਜਿਹੜਾ ਇਤਿਹਾਸ ਹੈ ਉਹਨਾਂ ਨਾਲ ਬਹੁਤ ਜ਼ਿਆਦਤੀਆਂ ਕੀਤੀਆਂ, ਔਰ ਇਹਦੇ 'ਚ ਰੰਗਰੇਟਾ ਲੇਖਕਾਂ ਨੂੰ ਰੰਗਰੇਟਾ ਵਿਦਵਾਨਾਂ ਨੂੰ ਉਹ ਅੱਗੇ ਆਉਣਾ ਚਾਹੀਦਾ। ਮੈਂ ਇਹ ਰੰਗਰੇਟਾਂ ਦਾ ਇਤਿਹਾਸ ਨੂੰ ਇਹ ਨਹੀਂ ਮੈਂ ਸਮਝਦਾ ਕਿ ਮੁਕੰਮਲ ਹੈ, ਨਾ ਮੈਂ ਕਦੀ ਸਮਝਿਆ, ਨਾ ਮੈਂ ਸ਼ੁਰੂ ਤੋਂ ਸਮਝਿਆ ਸੀ। ਮੈਂ ਤਾਂ ਇੱਕ ਆਊਟਰ ਖਾਕਾ ਆਪਣੀ ਕੌਮ ਨੂੰ ਦਿੱਤਾ ਸੀ, ਆਪਣੇ ਕੌਮ ਦੇ ਵਿਦਵਾਨਾਂ ਨੂੰ ਦਿੱਤਾ ਸੀ, ਔਰ ਇਸ ਉਮੀਦ ਨਾਲ ਇਹ ਲਿਖਿਆ ਸੀ ਕਿ ਇਹ ਇਸ ਤੋਂ ਅੱਗੇ ਚੱਲ ਕੇ ਇਸ ਦੀ ਖੋਜ ਕਰਨ ਔਰ ਇਸ ਦੇ ਅੱਗੇ ਕੰਮ ਕਰਨ।